ਨੰਬਰ 1 ਤੇ ਹੈ ਡਾਇਨਾ ਦੀ ਮੌਤ ਦੀ ਸਾਜ਼ਿਸ਼ ਰਾਇਲ ਫੈਮਿਲੀ ਨੇ ਰਚੀ ਸੀ। ਇਹ ਗੱਲ ਬਹੁਤ ਚੁੱਕੀ ਗਈ। ਡਾਇਨਾ ਨੇ BBC ਨਿਊਜ਼ ਨੂੰ ਇੱਕ ਬਹੁਤ ਹੀ ਕੰਟਰੋਵਰਸ਼ੀਅਲ ਇੰਟਰਵਿਊ ਦਿੱਤਾ, ਜਿਸ ਵਿੱਚ ਉਸਨੇ ਦੱਸਿਆ ਕਿ ਉਹ ਵਿਆਹ ਕਰਵਾ ਕੇ ਬਲੀ ਦਾ ਬੱਕਰਾ ਬਣੀ ਹੈ। ਡਾਇਨਾ ਨੇ ਹਸਨਤ ਖਾਨ ਨੂੰ ਜਲਾਉਣ ਲਈ ਡੌਡੀ ਅਲਫਾਦ ਨਾਲ ਦੋਸਤੀ ਕੀਤੀ ਤੇ 1997 ਵਿੱਚ ਆਪਣੀਆਂ ਫੋਟੋਆਂ ਡੌਡੀ ਦੀ ਵੱਡੀ ਯਾਟ ਤੋਂ ਮੀਡੀਆ ਵਿੱਚ ਲੀਕ ਕੀਤੀਆਂ ਤੇ ਜੋ ਬਹੁਤ ਚਰਚਾ ਵਿੱਚ ਰਹੀਆਂ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਮੇਡੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਤੇ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਕੁਈਨ ਐਲਿਜ਼ਾਬੈਥ ਬਾਰੇ ਦੱਸਿਆ ਸੀ, ਅੱਜ ਇਹਨਾਂ ਦੇ ਹੀ ਰਾਜ ਘਰਾਣੇ ਦੀ ਪਹਿਲੀ ਬਹੂ ਪ੍ਰਿੰਸੈਸ ਡਾਇਨਾ ਬਾਰੇ ਗੱਲ ਕਰਾਂਗੇ, ਜੋ ਹੁਣ ਕਿੰਗ ਬਣਿਆ ਹੈ। ਉਸ ਦੀ ਇਹ ਪਹਿਲੀ ਪਤਨੀ ਸੀ ਤੇ ਇਹ ਆਪਣੇ ਰਾਜ ਘਰਾਣੇ ਦੀ ਉਸ ਸਮੇਂ ਦੀ ਬਹੁਤ ਹੀ ਚਰਚਿਤ ਬਹੂ ਸੀ। ਪਰ ਡਾਇਨਾ ਦੀ ਮੌਤ ਤੋਂ ਬਾਅਦ ਬਹੁਤ ਸਾਰੀਆਂ ਅਫਵਾਹਾਂ ਬਣੀਆਂ ਤੇ ਕਿਉਂ ਅੱਜ ਵੀ ਇਸ ਦੀ ਮੌਤ ਇੱਕ ਰਹੱਸ ਬਣ ਕੇ ਰਹਿ ਗਈ, ਇਸ ਬਾਰੇ ਅੱਜ ਆਪਾਂ ਗੱਲ ਕਰਾਂਗੇ। ਤੇ ਡਾਇਨਾ ਦੇ ਕੁਝ ਉਹ ਰਹੱਸ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੇ, ਉਹਨਾਂ ਬਾਰੇ ਗੱਲ ਕਰਾਂਗੇ। ਸੋ ਡਾਇਨਾ ਦਾ ਜਨਮ 1 ਜੁਲਾਈ 1961 ਨੂੰ ਯੂਕੇ ਵਿੱਚ ਹੀ ਹੋਇਆ ਸੀ ਤੇ ਡਾਇਨਾ ਦੀ ਜ਼ਿੰਦਗੀ ਤੇ ਅਰਸਤੂ ਦੀ ਗੱਲ ਬਹੁਤ ਸਹੀ ਟੁਕਦੀ ਹੈ ਕਿ ਤਰਾਸਦੀ ਵਿੱਚ ਵੀ ਆਪਣੀ ਹੀ ਸੁੰਦਰਤਾ ਤੇ ਖਿਚਾਵ ਹੁੰਦਾ ਹੈ, ਮਤਲਬ ਬਿਊਟੀ ਆਫ ਟ੍ਰੈਜਡੀ। ਕਿ ਕੁਝ ਕਹਾਣੀਆਂ ਦੀ ਸੁੰਦਰਤਾ ਇਸ ਵਿੱਚ ਹੀ ਹੈ ਕਿ ਉਹ ਅਧੂਰੀਆਂ ਹੀ ਰਹਿ ਗਈਆਂ। ਹੁਣ ਕੁਈਨ ਐਲਿਜ਼ਾਬੈਥ ਦਾ ਅਸੀਂ ਬੁਢਾਪਾ ਦੇਖਿਆ ਹੈ, ਪਰ ਡਾਇਨਾ ਦਾ ਬੁਢਾਪਾ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਉਹ ਕਿਵੇਂ ਦੀ ਹੋਵੇਗੀ। ਉਹ ਸਾਡੇ ਲਈ ਸਦਾ ਹੀ ਜਵਾਨ ਰਹੇਗੀ। ਸੋ ਇਸੇ ਤਰ੍ਹਾਂ ਅਸੀਂ ਸਿੱਧੂ ਦਾ ਬੁਢਾਪਾ ਵੀ ਇਮੇਜਿਨ ਨਹੀਂ ਕਰ ਸਕਦੇ। ਸਿੱਧੂ ਹਮੇਸ਼ਾ ਲਈ ਜਵਾਨ ਹੀ ਰਹੇਗਾ, ਹਰ ਵਰਗ ਦੇ ਬੰਦੇ ਲਈ, ਉਹ ਵੀ ਸਦਾ ਵਾਸਤੇ। ਸੋ ਡਾਇਨਾ ਬਾਰੇ ਬਹੁਤ ਲੋਕਾਂ ਨੇ ਸੁਣਿਆ ਤਾਂ ਹੋਵੇਗਾ, ਪਰ ਪੂਰੀ ਕਹਾਣੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ। ਸੋ 24 ਫਰਵਰੀ 1981 ਦੀ ਗੱਲ ਹੈ, ਜਦੋਂ ਸ਼ਾਹੀ ਪਰਿਵਾਰ ਨੇ ਇਹ ਅਨਾਉਂਸਮੈਂਟ ਕੀਤੀ ਕਿ ਦੇਸ਼ ਦੇ ਸਭ ਤੋਂ ਵੱਧ ਚਰਚਿਤ ਕੁਵਾਰੇ 32 ਸਾਲਾ ਪ੍ਰਿੰਸ ਚਾਰਲਸ ਨੇ ਮੰਗਣੀ ਕਰਵਾ ਲਈ ਹੈ ਤੇ ਇਹ ਮੰਗਣੀ ਉਸਨੇ ਖੁਦ ਤੋਂ 13 ਸਾਲ ਛੋਟੀ ਡਾਇਨਾ ਸਪੈਂਸਰ ਨਾਲ ਕੀਤੀ ਹੈ। ਇਹ ਖਬਰ ਤੋਂ ਬਾਅਦ ਡਾਇਨਾ ਨਾਲ ਲੋਕਾਂ ਦੀ ਬਹੁਤ ਦਿਲਚਸਪੀ ਜੁੜ ਗਈ। ਸੋ ਇਸ ਦੇ ਪਿੱਛੇ ਲੋਕਾਂ ਦਾ ਬਹੁਤ ਦਿਲਚਸਪ ਹੋਣਾ ਇਸ ਕਰਕੇ ਖਾਸ ਸੀ ਕਿਉਂਕਿ ਇਸ ਸਮੇਂ ਡਾਇਨਾ ਇੱਕ ਕੁਆਰੀ ਕੁੜੀ ਸੀ, ਜਦ ਕਿ ਦੂਜੇ ਪਾਸੇ ਚਾਰਲਸ ਦੇ ਬਹੁਤ ਸਾਰੇ ਰਿਲੇਸ਼ਨ ਸੀ। ਇਹੀ ਕੁਆਰਾਪਨ ਡਾਇਨਾ ਦੇ ਹੱਕ ਵਿੱਚ ਰਿਹਾ ਤੇ ਅਗਲੀ ਕੁਈਨ ਬਣਨ ਦੀ ਦਾਅਵੇਦਾਰੀ ਰੱਖਣ ਵਿੱਚ ਵੀ ਉਸ ਦੇ ਲਈ ਇਹੀ ਸਭ ਤੋਂ ਕੀਮਤੀ ਚੀਜ਼ ਸੀ। ਤੇ 24 ਜੁਲਾਈ 1981 ਵਿੱਚ ਬਹੁਤ ਹੀ ਵੱਡੇ ਸ਼ਾਹੀ ਤਰੀਕੇ ਨਾਲ ਪ੍ਰਿੰਸ ਚਾਰਲਸ ਤੇ ਡਾਇਨਾ ਦਾ ਵਿਆਹ ਹੋਇਆ। ਉਸ ਸਮੇਂ ਇਹ ਵਿਆਹ ਨੂੰ 75 ਕਰੋੜ ਲੋਕਾਂ ਨੇ ਪੂਰੀ ਦੁਨੀਆ ਵਿੱਚ ਲਾਈਵ ਦੇਖਿਆ ਸੀ। ਵਿਆਹ ਤੋਂ 1 ਸਾਲ ਬਾਅਦ ਮੁੰਡੇ ਦਾ ਜਨਮ ਹੋਇਆ, ਜਿਸ ਦਾ ਨਾਮ ਰੱਖਿਆ ਗਿਆ ਵਿਲੀਅਮ। ਇਹ ਸ਼ਾਹੀ ਗੱਦੀ ਦਾ ਇੱਕ ਦਾਅਵੇਦਾਰ ਸੀ। ਵਿਲੀਅਮ ਦੇ ਜਨਮ ਸਮੇਂ ਪੂਰੇ ਦੇਸ਼ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਹੈਰੀ ਦੇ ਜਨਮ ਤੱਕ ਪ੍ਰਿੰਸ ਚਾਰਲਸ ਤੇ ਡਾਇਨਾ ਦੇ ਰਿਸ਼ਤੇ ਡਾਵਾਂਡੋਲ ਹੋਣ ਲੱਗ ਪਏ। ਇਸ ਬਾਰੇ ਡਾਇਨਾ ਨੇ ਇੱਕ ਇੰਟਰਵਿਊ ਵਿੱਚ ਵੀ ਦੱਸਿਆ ਸੀ ਕਿ ਉਹ ਮਹਿਲ ਦੇ ਅੰਦਰ ਬਹੁਤ ਹੀ ਸਟ੍ਰੈਸ ਵਿੱਚ ਰਹਿ ਰਹੀ ਹੈ ਤੇ ਉਹ ਹੁਣ ਡਿਪਰੈਸ਼ਨ ਵੀ ਫੇਸ ਕਰ ਰਹੀ ਹੈ। ਪਰ ਦੂਜੇ ਮੁੰਡੇ ਹੈਰੀ ਦੇ ਜਨਮ ਸਮੇਂ ਉਹ ਬਹੁਤ ਜ਼ਿਆਦਾ ਸਟ੍ਰੈਸ ਵਿੱਚੋਂ ਲੰਘ ਰਹੀ ਸੀ ਤੇ ਡਿਪਰੈਸ਼ਨ ਵੀ ਫੇਸ ਕਰ ਰਹੀ ਸੀ। ਉਹ ਕਹਿ ਰਹੀ ਸੀ ਕਿ ਕੋਈ ਵੀ ਮੈਨੂੰ ਸਮਝ ਨਹੀਂ ਰਿਹਾ, ਸਾਰੇ ਮੈਨੂੰ ਦਿਮਾਗ ਤੋਂ ਅਸਥਿਰ ਦੱਸ ਰਹੇ ਨੇ, ਉਹ ਮੈਨੂੰ ਪਾਗਲ ਸਮਝ ਰਹੇ ਨੇ। ਅਸਲ ਵਿੱਚ ਡਾਇਨਾ ਆਮ ਘਰ ਤੋਂ ਸ਼ਾਹੀ ਘਰ ਵਿੱਚ ਆਈ ਹੋਣ ਕਰਕੇ ਉਹਨਾਂ ਦੇ ਤੌਰ ਤਰੀਕਿਆਂ ਨਾਲ ਘੁਲ ਮਿਲ ਨਹੀਂ ਸਕੀ। ਤੇ ਜਿਵੇਂ ਕਿ ਅਸੀਂ ਤੁਹਾਨੂੰ ਕੁਈਨ ਐਲਿਜ਼ਾਬੈਥ ਦੀ ਵੀਡੀਓ ਵਿੱਚ ਦੱਸਿਆ ਸੀ ਕਿ ਸ਼ਾਹੀ ਪਰਿਵਾਰ ਵਿੱਚ ਰਹਿਣ ਵਾਲੇ ਲੋਕਾਂ ਤੇ ਬਹੁਤ ਸਾਰੀਆਂ ਚੀਜ਼ਾਂ ਨਾ ਕਰਨ ਦੀ ਪਾਬੰਦੀ ਹੈ ਤੇ ਇਹਨਾਂ ਸਾਰਿਆਂ ਤੋਂ ਇਲਾਵਾ ਇੱਕ ਵੱਡਾ ਦਰਦ ਡਾਇਨਾ ਨੂੰ ਆਪਣੇ ਪਤੀ ਦੇ ਅਫੇਅਰ ਦਾ ਸੀ। ਪ੍ਰਿੰਸ ਚਾਰਲਸ ਨੂੰ ਕੈਮਿਲਾ ਪਾਰਕਰ ਨਾਮ ਦੀ ਕੁੜੀ ਨਾਲ ਪਿਆਰ ਸੀ ਤੇ ਇਹ ਡਾਇਨਾ ਦੇ ਵਿਆਹ ਤੋਂ ਪਹਿਲਾਂ ਦਾ ਸੀ ਤੇ ਦੋਨੋਂ ਵਿਆਹ ਵੀ ਕਰਨਾ ਚਾਹੁੰਦੇ ਸੀ, ਪਰ ਕੈਮਿਲਾ ਪਹਿਲਾਂ ਤੋਂ ਤਲਾਕਸ਼ੁਦਾ ਹੋਣ ਕਾਰਨ ਇਹਨਾਂ ਨੂੰ ਦਿੱਕਤ ਆ ਰਹੀ ਸੀ। ਸ਼ਾਹੀ ਪਰਿਵਾਰ ਇਸ ਵਿਆਹ ਦੇ ਖਿਲਾਫ ਹੋਣ ਕਾਰਨ ਹੀ ਚਾਰਲਸ ਨੇ ਮਜਬੂਰੀ ਵਿੱਚ ਡਾਇਨਾ ਨੂੰ ਲੱਭਿਆ ਤੇ ਉਸ ਨਾਲ ਵਿਆਹ ਕਰਵਾਇਆ। ਚਾਰਲਸ ਦੀ ਡਾਇਨਾ ਦੇ ਵਿਆਹ ਤੋਂ ਬਾਅਦ ਵੀ ਇਹ ਰਾਜ ਮਹਿਲ ਵਿੱਚ ਬਹੁਤ ਅਲੱਗ-ਅਲੱਗ ਜ਼ਿੰਦਗੀ ਜੀ ਰਹੇ ਸੀ ਤੇ 1986 ਆਉਂਦੇ ਚਾਰਲਸ ਤੇ ਕੈਮਿਲਾ ਦੇ ਅਫੇਅਰ ਦੀਆਂ ਖਬਰਾਂ ਦੁਬਾਰਾ ਤੋਂ ਆਉਣ ਲੱਗੀਆਂ ਤੇ ਦੂਜੇ ਪਾਸੇ ਇਸੇ ਕਾਰਨ ਡਾਇਨਾ ਦੇ ਵੀ ਅਫੇਅਰ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਚਾਰਲਸ ਨੂੰ ਤਕਲੀਫ ਹੋਣ ਲੱਗੀ ਕਿਉਂਕਿ ਉਹ ਰਾਜ ਗੱਦੀ ਦਾ ਅਗਲਾ ਵਾਰਿਸ ਸੀ। ਜਿਸ ਤੋਂ ਬਾਅਦ 1987 ਤੋਂ ਚਾਰਲਸ ਤੇ ਡਾਇਨਾ ਪਬਲਿਕ ਵਿੱਚ ਅਲੱਗ-ਅਲੱਗ ਦਿਸਣ ਲੱਗੇ ਤੇ ਹੁਣ ਇਹਨਾਂ ਦੇ ਵਿੱਚ ਦੀ ਜੋ ਗੜਬੜ ਚੱਲ ਰਹੀ ਸੀ ਉਹ ਹੁਣ ਖਬਰਾਂ ਵਿੱਚ ਆਉਣ ਲੱਗੀ। 1988 ਵਿੱਚ ਇੱਕ ਅਖਬਾਰ ਨੇ ਡਾਇਨਾ ਬਾਰੇ ਲਿਖਿਆ ਸੀ ਕਿ ਉਹ ਪੂਰੀ ਦੁਨੀਆ ਲਈ ਪਿਆਰ ਦੀ ਵਸਤੂ ਹੈ, ਸਿਰਫ ਆਪਣੇ ਪਤੀ ਨੂੰ ਛੱਡ ਕੇ। ਤੇ ਮਈ 1992 ਵਿੱਚ ਡਾਇਨਾ ਹਰ ਟਰੂ ਸਟੋਰੀ ਨਾਮ ਦੀ ਇੱਕ ਕਿਤਾਬ ਲੋਕਾਂ ਅੱਗੇ ਆਉਂਦੀ ਹੈ। ਇਸ ਵਿੱਚ ਸ਼ਾਹੀ ਪਰਿਵਾਰ ਦੇ ਸਾਰੇ ਕਾਲੇ ਸੱਚ ਲੋਕਾਂ ਸਾਹਮਣੇ ਆ ਗਏ
ਗਏ। ਡਾਇਨਾ ਦਾ ਡਿਪਰੈਸ਼ਨ, ਚਾਰਲਸ ਤੇ ਕੈਮਿਲਾ ਦਾ ਅਫੇਅਰ ਤੇ ਹੋਰ ਕਾਲੇ ਸੱਚ। ਤੇ ਇਸ ਤੋਂ ਬਾਅਦ ਚਾਰਲਸ ਤੇ ਡਾਇਨਾ ਦਾ ਤਲਾਕ ਹੋਣ ਦੀ ਖਬਰ ਉੱਡਣ ਲੱਗੀ ਤੇ 9 ਦਸੰਬਰ 1992 ਵਿੱਚ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਲੋਕਾਂ ਅੱਗੇ ਪ੍ਰਿੰਸ ਚਾਰਲਸ ਤੇ ਪ੍ਰਿੰਸ ਡਾਇਨਾ ਦੇ ਅਲੱਗ ਹੋਣ ਦੀ ਪੁਸ਼ਟੀ ਕੀਤੀ। ਤੇ ਇਹ ਪਹਿਲੀ ਵਾਰ ਹੋ ਰਿਹਾ ਸੀ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਰਾਜਕੁਮਾਰ ਦੇ ਅਲੱਗ ਹੋਣ ਦੀ ਖਬਰ ਲੋਕਾਂ ਨੂੰ ਦੱਸ ਰਿਹਾ ਹੈ। ਤੇ ਮਹਾਰਾਣੀ ਐਲਿਜ਼ਾਬੈਥ ਨੇ 1992 ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਬੁਰਾ ਸਾਲ ਦੱਸਿਆ। ਹੁਣ ਤਲਾਕ ਤੋਂ ਬਾਅਦ ਡਾਇਨਾ ਰਾਜ ਪਰਿਵਾਰ ਲਈ ਬੋਝ ਬਣ ਗਈ ਸੀ। ਡਾਇਨਾ ਨੇ ਇਸ ਬਾਰੇ ਇੰਟਰਵਿਊ ਵਿੱਚ ਵੀ ਦੱਸਿਆ ਕਿ ਮੇਰੇ ਪਤੀ ਦੀ ਸਾਈਡ ਵਾਲੇ ਲੋਕ ਮੇਰੇ ਸਫ਼ਰ ਕਰਨ ਤੇ ਵੀ ਰੋਕ ਲਾਉਣ ਲੱਗੇ ਨੇ, ਮੇਰਾ ਕਿਸੇ ਨਾਲ ਗੱਲ ਕਰਨਾ ਵੀ ਬਲੌਕ ਕਰ ਰਹੇ ਨੇ, ਮੇਰੇ ਫੋਨ ਕਾਲ ਵੀ ਰਿਕਾਰਡ ਕਰ ਰਹੇ ਨੇ ਤੇ ਮੀਡੀਆ ਵਿੱਚ ਲੀਕ ਵੀ ਕਰਨ ਲੱਗੇ ਨੇ ਤਾਂ ਕਿ ਮੇਰੀ ਇਮੇਜ ਲੋਕਾਂ ਵਿੱਚ ਖਰਾਬ ਹੋ ਜਾਵੇ। 1992 ਤੋਂ ਇਹ ਅਲੱਗ ਹੋ ਗਏ ਸੀ, ਪਰ ਕਾਨੂੰਨੀ ਤੌਰ ਤੇ ਤਲਾਕ 1996 ਵਿੱਚ ਕੀਤਾ ਗਿਆ। ਪਰ ਇਸ ਤੋਂ ਠੀਕ 1 ਸਾਲ 3 ਦਿਨ ਬਾਅਦ ਡਾਇਨਾ ਦੀ ਮੌਤ ਹੋ ਜਾਂਦੀ ਹੈ। ਸੋ ਇਸ ਪਿੱਛੇ ਬਹੁਤ ਸਾਰੇ ਕਾਰਨ ਨੇ, ਬਹੁਤ ਸਾਰੀਆਂ ਥਿਊਰੀਆਂ ਨੇ, ਪਰ ਆਪਾਂ ਗੱਲ ਕਰਦੇ ਹਾਂ ਕਿ ਅਸਲ ਵਿੱਚ ਡਿਵੋਰਸ ਤੋਂ ਬਾਅਦ ਕੀ ਹੋਇਆ ਸੀ। ਤਲਾਕ ਤੋਂ ਬਾਅਦ ਡਾਇਨਾ ਦਾ ਸਬੰਧ ਇਜਿਪਟ ਦੇ ਬਿਲੀਅਨਰ ਮੁਹੰਮਦ ਅਲ ਫਾਦ ਦੇ ਮੁੰਡੇ ਡੌਡੀ ਅਲ ਫਾਦ ਨਾਲ ਜੁੜੇ ਤੇ ਇਹਨਾਂ ਦਾ ਰਿਸ਼ਤਾ ਪਿਆਰ ਤੋਂ ਵਿਆਹ ਤੱਕ ਪਹੁੰਚ ਗਿਆ ਸੀ। ਤੇ ਜਿਸ ਬਾਰੇ ਰਾਜ ਮਹਿਲ ਵਿੱਚ ਪਤਾ ਲੱਗ ਗਿਆ, ਉਹਨਾਂ ਨੂੰ ਆਪਣੀ ਇਮੇਜ ਖਰਾਬ ਹੋਣ ਦਾ ਡਰ ਵੀ ਲੱਗਣ ਲੱਗਾ, ਕਿਉਂਕਿ ਕਿਹਾ ਜਾਂਦਾ ਹੈ ਕਿ ਰਾਜ ਘਰਾਣੇ ਦੀ ਬਹੂ ਰਹੀ ਡਾਇਨਾ ਦਾ ਹੁਣ ਪ੍ਰੇਮ ਸੰਬੰਧ ਇੱਕ ਮੁਸਲਿਮ ਨਾਲ ਸੀ, ਪਰ ਸ਼ਾਇਦ ਕੋਈ ਹੋਰ ਕਾਰਨ ਵੀ ਹੋ ਸਕਦੇ ਨੇ। ਪਰ ਉਸ ਤੋਂ ਬਾਅਦ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਡੌਡੀ ਤੇ ਡਾਇਨਾ 31 ਅਗਸਤ 1997 ਨੂੰ ਪੈਰਿਸ ਘੁੰਮਣ ਲਈ ਗਏ। ਇਹ ਉੱਥੇ ਇੱਕ ਹੋਟਲ ਵਿੱਚ ਰੁਕੇ ਤੇ ਸ਼ਾਮ ਨੂੰ ਘੁੰਮਣ ਲਈ ਆਪਣੀ ਮਰਸੀਡੀਜ਼ ਵਿੱਚ ਨਿਕਲੇ ਤੇ ਇਹਨਾਂ ਦੋਨਾਂ ਤੋਂ ਇਲਾਵਾ ਗੱਡੀ ਵਿੱਚ ਇੱਕ ਬਾਡੀਗਾਰਡ ਰੀਸ ਜੌਨਸ ਤੇ ਇੱਕ ਡਰਾਈਵਰ ਹੈਨਰੀ ਪੌਲ ਸੀ। ਇਹਨਾਂ ਨੇ ਸ਼ਾਮ ਨੂੰ ਆਈਫਲ ਟਾਵਰ ਤੇ ਹੋਰ 2-4 ਥਾਵਾਂ ਦੇਖੀਆਂ ਤੇ ਉੱਥੇ ਮੀਡੀਆ ਵਾਲਿਆਂ ਨੂੰ ਇਹਨਾਂ ਦਾ ਪਤਾ ਲੱਗ ਗਿਆ, ਜਿਸ ਤੋਂ ਬਾਅਦ ਬਹੁਤ ਸਾਰੇ ਫੋਟੋਗ੍ਰਾਫਰਾਂ ਨੇ ਇਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਨੂੰ ਦੇਖਦੇ ਹੋਏ ਹੈਨਰੀ ਨੇ ਗੱਡੀ ਤੇਜ਼ ਭਜਾਉਣੀ ਸ਼ੁਰੂ ਕੀਤੀ ਤੇ ਜਿਸ ਤੋਂ ਬਾਅਦ ਇਹਨਾਂ ਦੀ ਗੱਡੀ ਪੈਰਿਸ ਦੀ ਇੱਕ ਸੁਰੰਗ ਪੌਂਟ ਦੇ ਅਲਮਾ ਵਿੱਚ ਦਾਖਲ ਹੋਈ ਤੇ ਸੁਰੰਗ ਵਿੱਚ ਇਹਨਾਂ ਦੀ ਗੱਡੀ ਬੈਲੈਂਸ ਵਿਗੜਨ ਕਾਰਨ ਇੱਕ ਖੰਭੇ ਵਿੱਚ ਵੱਜ ਕੇ ਪਲਟ ਗਈ। ਉੱਥੋਂ ਲੰਘਣ ਵਾਲੇ ਕੁਝ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ। ਇਸ ਤਰ੍ਹਾਂ ਇਹ ਨਿਊਜ਼ ਸਾਰੇ ਪਾਸੇ ਫੈਲ ਗਈ। ਕਿਸੇ ਨੂੰ ਸਮਝ ਨਹੀਂ ਆਇਆ ਕਿ ਇਹ ਹੋਇਆ ਕਿਸ ਤਰ੍ਹਾਂ ਹੈ। ਫਿਰ ਇੱਕ ਜਾਂਚ ਹੋਈ ਜਿਸ ਵਿੱਚ ਪਤਾ ਲੱਗਿਆ ਕਿ ਡਰਾਈਵਰ ਦਾਰੂ ਪੀ ਕੇ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ ਹੈ ਤੇ ਜਿਸ ਕਾਰਨ ਲੇਡੀ ਡਾਇਨਾ ਤੇ ਡੌਡੀ ਅਲ ਫਾਦ ਤੇ ਇਹਨਾਂ ਦੇ ਡਰਾਈਵਰ ਦੀ ਮੌਤ ਹੋ ਗਈ, ਪਰ ਬਾਡੀਗਾਰਡ ਬਚ ਗਿਆ। ਤੇ ਇਹ ਹਾਦਸੇ ਦੀ ਇਨਵੈਸਟੀਗੇਸ਼ਨ ਕਰਨ ਵਾਲੇ ਲੋਕਾਂ ਵਿੱਚ ਫਰਾਂਸ ਦੀ ਪੁਲਿਸ, ਬ੍ਰਿਟਿਸ਼ ਪੁਲਿਸ ਤੇ 11 ਬੰਦਿਆਂ ਦੀ ਜੂਰੀ ਵੀ ਸ਼ਾਮਲ ਸੀ। ਤਿੰਨਾਂ ਨੇ ਡਰਾਈਵਰ ਦੇ ਦਾਰੂ ਪੀਣ ਨੂੰ ਹੀ ਐਕਸੀਡੈਂਟ ਦਾ ਕਾਰਨ ਦੱਸਿਆ ਹੈ, ਜਿਸ ਤੋਂ ਬਾਅਦ ਇੱਕ ਸਪੈਸ਼ਲ ਟੀਮ ਬਣਾਈ ਗਈ ਜਿਸ ਨੂੰ 10 ਸਾਲ ਲੱਗ ਗਏ ਇਸ ਕੇਸ ਦੀ ਜਾਂਚ ਕਰਨ ਵਿੱਚ। ਇਹ ਟੀਮ ਨੇ ਅਲੱਗ-ਅਲੱਗ ਦੇਸ਼ਾਂ ਵਿੱਚ ਜਾ ਕੇ ਗਵਾਹਾਂ ਨਾਲ ਗੱਲਬਾਤ ਕੀਤੀ। 2-3 ਕਰੋੜ ਡਾਲਰ ਦਾ ਖਰਚ ਆ ਗਿਆ ਤੇ ਐਂਡ ਇਸ ਜਾਂਚ ਦਾ ਵੀ ਸੇਮ ਹੀ ਨਿਕਲਿਆ ਕਿ ਹਾਦਸਾ ਡਰਾਈਵਰ ਦੀ ਦਾਰੂ ਪੀਣ ਕਾਰਨ ਹੋਇਆ ਹੈ। ਇਹ ਫੈਸਲਾ 2007 ਵਿੱਚ ਆਇਆ ਸੀ, ਪਰ ਡੌਡੀ ਫਾਦ ਦੇ ਪਿਤਾ ਨੇ ਇਸ ਨੂੰ ਹਮੇਸ਼ਾ ਤੋਂ ਹੀ ਸੋਚੀ ਸਮਝੀ ਸਾਜ਼ਿਸ਼ ਦੱਸਿਆ ਹੈ ਤੇ ਕਿਹਾ ਕਿ ਇਹ ਸਾਜ਼ਿਸ਼ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਤੇ ਖੁਫੀਆ ਏਜੰਸੀ MI6 ਨੇ ਪਲਾਨ ਕੀਤੀ ਸੀ। ਸੋ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇਹ ਕੇਸ ਕੋਈ ਵੀ ਸਾਜ਼ਿਸ਼ ਨਹੀਂ ਸੀ ਤਾਂ ਅੱਜ ਵੀ ਇਹ ਰਹੱਸ ਕਿਉਂ ਬਣਿਆ ਹੋਇਆ ਹੈ ਤੇ ਇਹ ਰਹੱਸ ਬਾਰੇ ਤੁਹਾਨੂੰ ਅੱਗੇ ਵੀਡੀਓ ਵਿੱਚ ਪਤਾ ਲੱਗਦਾ ਜਾਵੇਗਾ। ਤੇ ਹੁਣ ਇਹ ਐਕਸੀਡੈਂਟ ਤੋਂ ਬਾਅਦ ਹੋਈਆਂ ਕਨਸਪੀਰੇਸੀ ਥਿਊਰੀਆਂ ਬਾਰੇ ਦੱਸਦੇ ਹਾਂ ਜੋ ਲੋਕ ਮੰਨਦੇ ਨੇ। ਇਸ ਪਿੱਛੇ ਸ਼ੱਕ ਕਿਉਂ ਖੜੇ ਕੀਤੇ ਜਾਂਦੇ ਨੇ। ਨੰਬਰ 1 ਤੇ ਹੈ ਡਾਇਨਾ ਦੀ ਮੌਤ ਦੀ ਸਾਜ਼ਿਸ਼ ਰਾਇਲ ਫੈਮਿਲੀ ਨੇ ਰਚੀ ਸੀ। ਇਹ ਗੱਲ ਬਹੁਤ ਚੁੱਕੀ ਗਈ। ਲੋਕਾਂ ਦਾ ਕਹਿਣਾ ਸੀ ਕਿ ਡਾਇਨਾ ਤੇ ਡੌਡੀ ਪੈਰਿਸ ਵਿੱਚ ਜਦੋਂ ਘੁੰਮਣ ਗਏ ਸੀ ਤਾਂ ਉਸ ਵਕਤ ਉਹ ਡੌਡੀ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ। ਉਹ ਦੋਨੋਂ ਇਸੇ ਗੱਲ ਨੂੰ ਸੈਲੀਬ੍ਰੇਟ ਕਰਨ ਲਈ ਪੈਰਿਸ ਗਏ ਸੀ ਤੇ ਜਦੋਂ ਉੱਥੇ ਉਹ ਸੈਲੀਬ੍ਰੇਟ ਕਰ ਰਹੇ ਸੀ ਤਾਂ ਕਿਤੋਂ ਇਹ ਖਬਰ ਲੀਕ ਹੋ ਗਈ ਤੇ ਰਾਇਲ ਫੈਮਿਲੀ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਆਉਣ ਵਾਲੇ ਟਾਈਮ ਦੇ ਪ੍ਰਿੰਸ ਦੀ ਮਾਂ ਕਿਸੇ ਹੋਰ ਦੇ ਬੱਚੇ ਦੀ ਮਾਂ ਬਣੇ ਤੇ ਇਸ ਨਾਲ ਉਹਨਾਂ ਦੀ ਇਮੇਜ ਖਰਾਬ ਹੋ ਸਕਦੀ ਹੈ। ਹੋ ਸਕਦਾ ਕਿ ਇਸ ਤੋਂ ਵੀ ਕੋਈ ਵੱਡਾ ਕਾਰਨ ਹੋਵੇ ਤੇ ਕਿਹਾ ਜਾਂਦਾ ਹੈ ਕਿ ਇਹ ਪਲਾਨ ਨੂੰ ਪੂਰਾ ਕਰਨ ਲਈ ਬ੍ਰਿਟੇਨ ਦੀ ਖੁਫੀਆ ਏਜੰਸੀ MI6 ਨੂੰ ਸੌਂਪਿਆ ਗਿਆ ਤੇ ਇਹਨਾਂ ਦੀ ਨਿਗਰਾਨੀ ਵਿੱਚ ਹੀ ਇਹ ਕਤਲ ਹੋਇਆ ਹੈ ਤੇ ਉਸ ਦਿਨ ਗੱਡੀ ਚਲਾਉਣ ਵਾਲੇ ਡਰਾਈਵਰ ਨੂੰ ਵੀ MI6 ਦਾ ਹੀ ਏਜੰਟ ਦੱਸਿਆ ਗਿਆ। ਤੇ ਨੰਬਰ 2 ਤੇ ਡਾਇਨਾ ਦੀ ਮਰਸੀਡੀਜ਼ ਗੱਡੀ ਜਿਸ ਵਿੱਚ ਉਹ ਬੈਠੀ ਸੀ ਉਸ ਵਿੱਚ ਫੀਐਟ ਵਾਈਟ ਕਾਰ ਸਾਹਮਣੇ ਤੋਂ ਵੱਜਣ ਦੇ ਕੁਝ ਸਬੂਤ ਮਿਲੇ ਤੇ ਨੰਬਰ 2 ਤੇ ਕੁਝ ਲੋਕਾਂ ਨੇ ਇਹ ਗਵਾਹੀ ਦਿੱਤੀ ਸੀ ਕਿ ਇਸ ਦੇ ਸਾਹਮਣੇ ਤੋਂ ਚਿੱਟੇ ਰੰਗ ਦੀ ਫੀਐਟ ਕਾਰ ਵੱਜੀ ਹੈ, ਪਰ ਬਾਅਦ ਵਿੱਚ ਉਹ ਕਾਰ ਉੱਥੋਂ ਗਾਇਬ ਹੋ ਗਈ ਸੀ। ਪਰ ਫਿਰ ਵੀ ਮਰਸੀਡੀਜ਼ ਦੇ ਅੱਗੇ ਚਿੱਟਾ ਪੇਂਟ ਲੱਗਿਆ ਦਿਖ ਰਿਹਾ ਸੀ ਤੇ ਉਸ ਸਮੇਂ ਸੁਰੰਗ ਵਿੱਚ ਲੱਗੇ 14 ਕੈਮਰਿਆਂ ਵਿੱਚੋਂ 10 ਕੈਮਰੇ ਕੰਮ ਕਰ ਰਹੇ ਸੀ, ਪਰ ਐਕਸੀਡੈਂਟ ਦੀ ਫੁਟੇਜ ਕਿਸੇ ਵੀ ਕੈਮਰੇ ਵਿੱਚ ਨਹੀਂ ਆਈ। ਕੀ ਕੈਮਰਿਆਂ ਵਿੱਚੋਂ ਸਾਰੇ ਸਬੂਤ ਮਿਟਾ ਦਿੱਤੇ ਗਏ ਸੀ?
ਤੇ ਨੰਬਰ 3 ਦੀ ਜੇ ਗੱਲ ਕਰੀਏ ਤਾਂ ਡਾਇਨਾ ਨੂੰ ਮਿਲਣ ਵਾਲੇ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਡਾਇਨਾ ਹਮੇਸ਼ਾ ਗੱਡੀ ਵਿੱਚ ਬੈਠਣ ਤੋਂ ਪਹਿਲਾਂ ਹੀ ਸਾਰਿਆਂ ਨੂੰ ਸੀਟ ਬੈਲਟ ਲਾਉਣ ਤੇ ਜ਼ੋਰ ਦਿੰਦੀ ਸੀ, ਪਰ ਉਸ ਦਿਨ ਡਾਇਨਾ ਨੇ ਸੀਟ ਬੈਲਟ ਨਹੀਂ ਲਗਾਈ ਸੀ। ਉਹ ਗੱਡੀ ਦੀ ਪਿਛਲੀ ਸੀਟ ਤੇ ਬੈਠੀ ਸੀ ਤੇ ਉਸ ਦੀ ਸੀਟ ਬੈਲਟ ਖਰਾਬ ਹੋਣ ਕਰਕੇ ਉਸਨੇ ਸੀਟ ਬੈਲਟ ਨਹੀਂ ਲਾਈ ਸੀ। ਤੇ ਹੁਣ ਬਹੁਤ ਲੋਕਾਂ ਦਾ ਕਹਿਣਾ ਹੈ ਕਿ ਡਾਇਨਾ ਦੀ ਸੀਟ ਬੈਲਟ ਜਾਣਬੁੱਝ ਕੇ ਕਿਸੇ ਨੇ ਖਰਾਬ ਕੀਤੀ ਤਾਂ ਕਿ ਐਕਸੀਡੈਂਟ ਦਾ ਇੰਪੈਕਟ ਡਾਇਨਾ ਤੇ ਜ਼ਿਆਦਾ ਹੋਵੇ। ਸੋ ਇਹ ਕਈ ਕਾਰਨਾਂ ਕਰਕੇ ਇਹ ਕੇਸ ਅੱਜ ਵੀ ਰਹੱਸ ਬਣਿਆ ਹੋਇਆ ਹੈ। ਤੇ 1995 ਵਿੱਚ ਡਾਇਨਾ ਨੇ BBC ਨਿਊਜ਼ ਨੂੰ ਇੱਕ ਬਹੁਤ ਹੀ ਕੰਟਰੋਵਰਸ਼ੀਅਲ ਇੰਟਰਵਿਊ ਦਿੱਤਾ, ਜਿਸ ਵਿੱਚ ਉਸਨੇ ਦੱਸਿਆ ਕਿ ਉਹ ਵਿਆਹ ਕਰਵਾ ਕੇ ਬਲੀ ਦਾ ਬੱਕਰਾ ਬਣੀ ਹੈ ਤੇ ਮੈਂ ਪਹਿਲੇ ਬੱਚੇ ਦੇ ਹੋਣ ਸਮੇਂ ਇੰਨੀ ਜ਼ਿਆਦਾ ਡਿਪਰੈਸ਼ਨ ਵਿੱਚ ਸੀ ਕਿ ਮੈਂ ਬਹੁਤ ਵਾਰ ਖੁਦਕੁਸ਼ੀ ਕਰਨ ਦੀ ਵੀ ਸੋਚੀ ਪਰ ਕਾਮਯਾਬ ਨਾ ਹੋ ਪਾਈ। ਬਾਅਦ ਵਿੱਚ ਡਾਇਨਾ ਦੀ ਇੱਕ ਸਹੇਲੀ ਤੋਂ ਪਤਾ ਲੱਗਿਆ ਸੀ ਕਿ ਉਸਨੇ 5 ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਡਾਇਨਾ ਦੀ ਮਹਾਰਾਣੀ ਐਲਿਜ਼ਾਬੈਥ ਤੇ ਉਸਦੇ ਪਤੀ ਫਿਲਿਪ ਨਾਲ ਬਿਲਕੁਲ ਵੀ ਨਹੀਂ ਬਣਦੀ ਸੀ। ਇਸ ਦੇ ਪਿੱਛੇ ਇੱਕ ਕਾਰਨ ਡਾਇਨਾ ਦਾ ਆਮ ਲੋਕਾਂ ਵਿੱਚ ਆਮ ਹੀ ਘੁਲ ਮਿਲ ਜਾਣਾ ਸੀ। ਸੋ ਡਾਇਨਾ ਨਾਲ ਲੋਕਾਂ ਦਾ ਮਨ ਇਸ ਕਰਕੇ ਜੁੜਿਆ ਸੀ ਕਿਉਂਕਿ ਉਹ ਆਮ ਲੋਕਾਂ ਵਿੱਚ ਹੀ ਰਹਿਣਾ ਪਸੰਦ ਕਰਦੀ ਸੀ। ਸੋ 90 ਦੇ ਦਹਾਕੇ ਦੀ ਸਭ ਤੋਂ ਖਤਰਨਾਕ ਬਿਮਾਰੀ ਏਡਜ਼, ਇਸ ਦਾ ਵੀ ਡਰ ਡਾਇਨਾ ਨੇ ਹੀ ਲੋਕਾਂ ਦੇ ਮਨ ਵਿੱਚੋਂ ਕੱਢਿਆ ਸੀ। ਇਸ ਤੋਂ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ ਇਹ HIV ਹੱਥ ਮਿਲਾਉਣ ਨਾਲ ਵੀ ਫੈਲ ਸਕਦੀ ਹੈ। ਇਸ ਵਹਿਮ ਨੂੰ ਤੋੜਨ ਤੋਂ ਬਾਅਦ ਲੋਕ ਲੇਡੀ ਡਾਇਨਾ ਨੂੰ ਬਹੁਤ ਪਸੰਦ ਕਰਨ ਲੱਗ ਗਏ ਸੀ ਤੇ ਡਾਇਨਾ ਜੰਗ ਤੋਂ ਪਰਤੇ ਲੋਕਾਂ ਨੂੰ ਹਸਪਤਾਲ ਵਿੱਚ ਮਿਲਣ ਜਾਂਦੀ ਤੇ ਉਹਨਾਂ ਨਾਲ ਸਮਾਂ ਬਿਤਾਉਂਦੀ। ਇੱਥੋਂ ਹੀ ਡਾਇਨਾ ਦਾ ਪਾਕਿਸਤਾਨ ਨਾਲ ਨਾਤਾ ਜੁੜਿਆ। ਜਦੋਂ 1995 ਵਿੱਚ ਡਾਇਨਾ ਹਸਪਤਾਲ ਵਿੱਚ ਗਈ ਤਾਂ ਉਸਨੇ ਉੱਥੇ ਡਾਕਟਰ ਹਸਨਤ ਖਾਨ ਨੂੰ ਦੇਖਿਆ ਤੇ ਹਸਨਤ ਖਾਨ ਦਾ ਆਪਣੀ ਫੈਮਿਲੀ ਨਾਲ ਪਿਆਰ ਦੇਖ ਕੇ ਡਾਇਨਾ ਉਸ ਨਾਲ ਪਿਆਰ ਕਰਨ ਲੱਗੀ ਤੇ ਦੋਨਾਂ ਨੂੰ ਪਿਆਰ ਹੋ ਗਿਆ ਤੇ ਡਾਇਨਾ ਉਸ ਦੀ ਫੈਮਿਲੀ ਨੂੰ ਮਿਲਣ ਪਾਕਿਸਤਾਨ ਵੀ ਆਈ ਤੇ ਮਹਾਰਾਣੀ ਨੂੰ ਇਹ ਬਹਾਨਾ ਲਗਾਇਆ ਕਿ ਮੈਂ ਇਮਰਾਨ ਖਾਨ ਦੇ ਹਸਪਤਾਲ ਲਈ ਉੱਥੇ ਜਾ ਰਹੀ ਹਾਂ, ਪਰ ਉਹ ਮਿਲਣ ਹਸਨਤ ਖਾਨ ਦੀ ਫੈਮਿਲੀ ਨੂੰ ਆਈ ਸੀ। ਉਸ ਦੀ ਫੈਮਿਲੀ ਨੇ ਡਾਇਨਾ ਨੂੰ ਕਿਹਾ ਕਿ ਅਸੀਂ ਗਰੀਬ ਤੇ ਸਾਦੇ ਲੋਕ ਹਾਂ, ਤੂੰ ਇੱਕ ਸ਼ਹਿਜ਼ਾਦੀ ਹੈ ਤੇ ਇਹ ਗੱਲ ਹਸਨਤ ਖਾਨ ਨੇ ਡਾਇਨਾ ਨੂੰ ਕਹੀ ਤੇ ਆਪਣਾ ਰਿਸ਼ਤਾ ਕੁਝ ਮਹੀਨਿਆਂ ਵਿੱਚ ਖਤਮ ਕਰ ਦਿੱਤਾ ਤੇ ਡਾਇਨਾ ਨੇ ਹਸਨਤ ਖਾਨ ਨੂੰ ਜਲਾਉਣ ਲਈ ਡੌਡੀ ਅਲਫਾਦ ਨਾਲ ਦੋਸਤੀ ਕੀਤੀ ਤੇ 1997 ਵਿੱਚ ਆਪਣੀਆਂ ਫੋਟੋਆਂ ਡੌਡੀ ਦੀ ਵੱਡੀ ਯਾਟ ਤੋਂ ਮੀਡੀਆ ਵਿੱਚ ਲੀਕ ਕੀਤੀਆਂ ਤੇ ਜੋ ਬਹੁਤ ਚਰਚਾ ਵਿੱਚ ਰਹੀਆਂ ਤੇ ਡਾਇਨਾ ਨੂੰ ਜਾਣਨ ਵਾਲੇ ਲੋਕਾਂ ਨੇ ਡਾਇਨਾ ਬਾਰੇ ਇੰਟਰਵਿਊ ਦੇ ਕੇ ਬਹੁਤ ਪੈਸੇ ਕਮਾਏ, ਪਰ ਹਸਨਤ ਖਾਨ ਇੱਕ ਵਾਰੀ ਵੀ ਮੀਡੀਆ ਦੇ ਸਾਹਮਣੇ ਨਹੀਂ ਆਇਆ ਤੇ ਡਾਇਨਾ ਨੇ ਆਪਣੀ ਸਹੇਲੀ ਨੂੰ ਇਹ ਵੀ ਕਿਹਾ ਸੀ ਕਿ ਸਾਰੀ ਦੁਨੀਆ ਮੈਨੂੰ ਵੇਚ ਦੇਵੇਗੀ, ਪਰ ਹਸਨਤ ਖਾਨ ਕਦੇ ਵੀ ਨਹੀਂ ਵੇਚੇਗਾ। ਉਸ ਸਮੇਂ ਡਾਇਨਾ ਨੂੰ ਪਰਫੈਕਟ ਫੇਸ ਤੇ ਸਭ ਤੋਂ ਸੁੰਦਰ ਕੁੜੀ ਮੰਨਿਆ ਜਾਂਦਾ ਸੀ ਤੇ ਦੂਜੇ ਪਾਸੇ ਚਾਰਲਸ ਜੋ ਕਿ ਕੈਮਿਲਾ ਨਾਲ ਰਿਲੇਸ਼ਨ ਵਿੱਚ ਸੀ। ਇਹਨਾਂ ਦੋਨਾਂ ਨੇ 9 ਅਪ੍ਰੈਲ 2005 ਨੂੰ ਵਿਆਹ ਕਰਾ ਲਿਆ। ਸੋ ਕੈਮਿਲਾ ਅੱਜ ਵੀ ਚਾਰਲਸ ਦੇ ਨਾਲ ਹੈ। ਸੋ ਇਹ ਵਿਆਹ ਬਿਲਕੁਲ ਸਾਦਾ ਤੇ ਸ਼ਾਂਤ ਰਹਿ ਕੇ ਕੀਤਾ ਗਿਆ। ਕਹਿਣ ਦਾ ਭਾਵ ਕਿ ਕੋਈ ਵੀ ਡੀਜੇ ਵਗੈਰਾ ਨਹੀਂ ਲਾਇਆ ਗਿਆ, ਪਰ ਇਸ ਤੋਂ ਐਲਿਜ਼ਾਬੈਥ ਬਿਲਕੁਲ ਖੁਸ਼ ਨਹੀਂ ਸੀ। ਉਸਨੇ ਇਹ ਵਿਆਹ ਅਟੈਂਡ ਵੀ ਨਹੀਂ ਕੀਤਾ। ਡਾਇਨਾ ਬਹੁਤ ਸਾਰੇ ਚੈਰਿਟੀ ਦੇ ਕੰਮ ਕਰਦੀ ਸੀ। ਉਹ ਬ੍ਰਿਟੇਨ ਦੇ ਹਸਪਤਾਲਾਂ ਵਿੱਚ ਆਮ ਹੀ ਚਲੀ ਜਾਂਦੀ। ਉਸ ਤੋਂ ਪਹਿਲਾਂ ਇਸ ਤਰ੍ਹਾਂ ਚੈਰਿਟੀ ਕਿਸੇ ਨੇ ਵੀ ਨਹੀਂ ਕੀਤੀ ਸੀ। ਉਹ ਆਪਣੇ ਦੇਸ਼ ਤੋਂ ਇਲਾਵਾ ਹੋਰ ਵੀ ਕਈ ਦੇਸ਼ ਜਿਵੇਂ ਨਾਈਜੀਰੀਆ, ਇੰਡੀਆ, ਨੇਪਾਲ, ਜ਼ਿੰਬਾਬਵੇ ਤੇ ਹੋਰ ਕਈ ਦੇਸ਼ਾਂ ਵਿੱਚ ਜਾਂਦੀ ਤੇ ਉੱਥੋਂ ਦੇ ਹਸਪਤਾਲਾਂ ਨੂੰ ਜੋ ਚੀਜ਼ ਚਾਹੀਦੀ ਉਹ ਦਿੰਦੀ ਸੀ। ਸੋ ਡਾਇਨਾ ਆਊਟਸਾਈਡਰ ਹੋਣ ਕਰਕੇ ਰਾਇਲ ਫੈਮਿਲੀ ਵਿੱਚ ਜ਼ਿਆਦਾ ਘੁਲ ਮਿਲ ਨਹੀਂ ਸਕੀ, ਪਰ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਬਹੁਤ ਕੁਝ ਹੰਢਾ ਕੇ ਗਈ ਹੈ। ਸੋ ਜੇਕਰ ਰਾਇਲ ਪਰਿਵਾਰ ਉਸ ਨੂੰ ਐਕਸੈਪਟ ਕਰ ਲੈਂਦਾ ਤਾਂ ਸ਼ਾਇਦ ਅੱਜ ਡਾਇਨਾ ਬਹੁਤ ਚੰਗੀ ਸ਼ਹਿਜ਼ਾਦੀ ਸਾਬਤ ਹੁੰਦੀ, ਪਰ ਇਸ ਤਰ੍ਹਾਂ ਨਹੀਂ ਹੋਇਆ ਤੇ ਡਾਇਨਾ ਦੇ ਛੋਟੇ ਬੇਟੇ ਹੈਰੀ ਨੇ ਮੇਗਨ ਮਾਰਕਲ ਨਾਲ 2018 ਵਿੱਚ ਲਵ ਮੈਰਿਜ ਕੀਤੀ ਤੇ ਮੇਗਨ ਇੱਕ ਹਾਲੀਵੁੱਡ ਹੀਰੋਇਨ ਹੈ ਤੇ ਬਾਅਦ ਵਿੱਚ ਹੈਰੀ ਕੁਝ ਕਾਰਨਾਂ ਕਰਕੇ ਆਪਣੀ ਵਾਈਫ ਨਾਲ ਅਮਰੀਕਾ ਚਲਾ ਗਿਆ ਤੇ ਅੱਜ ਵੀ ਉੱਥੇ ਹੀ ਰਹਿੰਦਾ ਹੈ। ਹੈਰੀ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਮੇਰੀ ਫੈਮਿਲੀ ਮੇਗਨ ਨੂੰ ਮੇਰੀ ਮਾਂ ਦੀ ਤਰ੍ਹਾਂ ਪਸੰਦ ਨਹੀਂ ਸੀ ਕਰਦੀ ਤੇ ਇਤਿਹਾਸ ਦੁਆਰਾ ਨਾ ਦੁਹਰਾ ਹੋਵੇ, ਇਸ ਤੋਂ ਪਹਿਲਾਂ ਅਸੀਂ ਅਮਰੀਕਾ ਆ ਗਏ। ਤੇ ਇਹਨਾਂ ਦੋਨਾਂ ਬਾਰੇ ਜੇਕਰ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਬੇਸ਼ੱਕ ਇਹ ਸਾਰੀਆਂ ਥਿਊਰੀਆਂ ਤੇ ਫੈਕਟ ਨੇ, ਪਰ ਬਣਦੇ ਉਦੋਂ ਹੀ ਨੇ ਜਦੋਂ ਕੁਝ ਨਾ ਕੁਝ ਪਿੱਛੇ ਹੋਇਆ ਹੋਵੇ ਜਾਂ ਵਾਪਰਿਆ ਹੋਵੇ। ਸੋ ਹੁਣ ਮੌਤ ਤੋਂ ਬਾਅਦ ਕੀ ਹੁੰਦਾ ਹੈ, ਇਸ ਬਾਰੇ ਗੱਲ ਕਰਦੇ ਹਾਂ। ਉਸ ਦਿਨ ਪੈਰਿਸ ਦੀ ਅੰਬੈਸੀ ਤੋਂ ਪ੍ਰਿੰਸ ਚਾਰਲਸ ਨੂੰ ਡਾਇਨਾ ਦੀ ਮੌਤ ਦੀ ਖਬਰ ਦਿੱਤੀ ਜਾਂਦੀ ਹੈ। ਫਿਰ ਰਾਇਲ ਫੈਮਿਲੀ ਨੂੰ ਪਤਾ ਲੱਗਦਾ ਹੈ ਤੇ ਬੱਚਿਆਂ ਨੂੰ ਰਾਤ ਨੂੰ ਨਹੀਂ ਦੱਸਿਆ ਜਾਂਦਾ, ਉਹਨਾਂ ਨੂੰ ਅਗਲੇ ਦਿਨ ਪਤਾ ਲੱਗਦਾ ਹੈ ਤੇ ਕੁਈਨ ਐਲਿਜ਼ਾਬੈਥ ਅਗਲੀ ਸਵੇਰ ਆਮ ਵਾਂਗ ਹੀ ਚੱਤ ਜਾਂਦੀ ਹੈ ਤੇ ਹਰ ਰੋਜ਼ ਦੀ ਤਰ੍ਹਾਂ ਉਸ ਦਿਨ ਦੇ ਕੰਮ ਵੀ ਕਰਦੀ ਹੈ ਤੇ ਫਿਰ ਪੈਰਿਸ ਤੋਂ ਡਾਇਨਾ ਦੀ ਡੈੱਡ ਬੋਡੀ ਬ੍ਰਿਟੇਨ ਆਉਂਦੀ ਹੈ ਤੇ ਡਾਇਨਾ ਦੀ ਮੌਤ ਤੇ ਪੂਰਾ ਬ੍ਰਿਟੇਨ ਇਕੱਠਾ ਹੋ ਗਿਆ। ਸਾਰੇ ਲੋਕ ਡਾਇਨਾ ਦੀ ਮੌਤ ਤੋਂ ਦੁਖੀ ਹੋਏ ਤੇ ਸ਼ਾਹੀ ਪਰਿਵਾਰ ਦੇ ਖਿਲਾਫ ਲੋਕਾਂ ਨੇ ਨਾਅਰੇਬਾਜ਼ੀ ਦਿਖਾਈ ਤੇ ਉਸ ਸਮੇਂ ਡਾਇਨਾ ਦਾ ਫਿਊਨਰਲ 6 ਦਿਨ ਬਾਅਦ 6 ਸਤੰਬਰ ਨੂੰ ਕੀਤਾ ਗਿਆ ਤੇ ਪੂਰੀ ਦੁਨੀਆ ਵਿੱਚ ਉਸ ਸਮੇਂ ਇਹ ਕਾਰਜਕਾਲ
250 ਕਰੋੜ ਲੋਕਾਂ ਨੇ ਟੀਵੀ ਉੱਤੇ ਲਾਈਵ ਦੇਖਿਆ, ਜੋ ਕਿ ਲਗਭਗ ਉਸ ਸਮੇਂ ਦੀ ਜਨਸੰਖਿਆ ਦਾ ਅੱਧ ਸੀ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਤੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਪੁਰਾਣੇ ਸਮੇਂ ਦੇ ਰਿਸ਼ਤੇ ਜ਼ਿਆਦਾ ਲੰਬਾ ਸਮਾਂ ਕਿਉਂ ਚੱਲਦੇ ਸੀ। ਵੈਸੇ ਤਾਂ ਉਹ ਲਾਈਫ ਟਾਈਮ ਹੀ ਚੱਲਦੇ ਸੀ, ਪਰ ਕਿਉਂ ਚੱਲਦੇ ਸੀ ਤੁਹਾਡੇ ਹਿਸਾਬ ਨਾਲ ਆਪਣੀ ਰਾਏ ਜ਼ਰੂਰ ਦਿਓ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਉੱਤੇ ਫੋਲੋ ਕਰ ਸਕਦੇ ਹੋ। ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।